Good morning, students. Last day, we started the lesson number 15, our goals, rights, and duties. I told you about Britishers who ruled over our country for more than 200 years. ਅੰਗਰੇਜ਼ਾਂ ਨੇ ਸਾਡੇ ਦੇਸ਼ 'ਤੇ 200 ਤੋਂ ਵੱਧ ਸਾਲ ਰਾਜ ਕੀਤਾ। ਤੁਹਾਨੂੰ ਨਾਲ ਹੀ ਮੈਂ ਇਹ ਵੀ ਦੱਸਿਆ ਸੀ ਕਿ ਪੰਜਾਬ ਅਤੇ ਹਿੰਦੁਸਤਾਨ ਦੋ ਅਲੱਗ-ਅਲੱਗ ਦੇਸ਼ ਸੀ। ਪੰਜਾਬ 'ਤੇ ਮਹਾਰਾਜਾ ਰਣਜੀਤ ਸਿੰਘ ਦਾ ਕਬਜ਼ਾ ਸੀ, ਹਿੰਦੁਸਤਾਨ 'ਤੇ ਅੰਗਰੇਜ਼ਾਂ ਦਾ ਕਬਜ਼ਾ ਸੀ। ਹਿੰਦੁਸਤਾਨ ਦੇ ਉੱਪਰ ਅੰਗਰੇਜ਼ਾਂ ਨੇ ਮੋਰ ਦੈਨ 200 ਈਅਰਸ ਰੂਲ ਕੀਤਾ, ਬਟ ਪੰਜਾਬ ਦੇ ਉੱਤੇ ਲੈਸ ਦੈਨ 100 ਈਅਰ ਰੂਲ ਕੀਤਾ। ਕਾਫੀ ਲੰਬੇ ਸੰਘਰਸ਼ ਤੋਂ ਬਾਅਦ ਆਫਟਰ ਅ ਲੌਂਗ ਸਟਰਗਲ ਆਰ ਕੰਟਰੀ ਬਿਕੇਮ ਇੰਡੀਪੈਂਡੈਂਟ ਔਨ 15 ਅਗਸਤ 1947। ਯੂ ਕੈਨ ਸੀ ਦਾ ਨਿਊਜ਼ਪੇਪਰ। ਇਹ ਉਸ ਸਮੇਂ ਦਾ ਨਿਊਜ਼ਪੇਪਰ ਹੈ ਬੇਟਾ, ਜਿਹਦੇ ਵਿੱਚ ਖਬਰ ਲੱਗੀ ਸੀ ਇੰਡੀਆ ਇੰਡੀਪੈਂਡੈਂਸ ਬ੍ਰਿਟਿਸ਼ ਰੂਲ ਐਂਡਸ। ਇਹ ਉਸ ਸਮੇਂ ਦਾ ਇਕੱਠ ਹੈ। ਇਹ ਜੋ ਸੰਬੋਧਨ ਕਰ ਰਹੇ ਨੇ ਫਸਟ ਪ੍ਰਾਈਮ ਮਿਨਿਸਟਰ ਜਵਾਹਰ ਲਾਲ ਨਹਿਰੂ ਨੇ। ਤੁਹਾਡੀ ਸੌਖ ਦੇ ਲਈ ਮੈਂ PPT ਬਣਾਈ ਹੈ ਤਾਂ ਕਿ ਤੁਹਾਨੂੰ ਆਸਾਨੀ ਨਾਲ ਸਮਝ ਆ ਸਕੇ। The immediate task before our leaders was to form a government। ਜਦੋਂ ਬ੍ਰਿਟਿਸ਼ ਰੂਲ ਦਾ ਐਂਡ ਹੋ ਗਿਆ ਤਾਂ ਸਾਡੇ ਕੋਲ ਇੱਕ ਟਾਸਕ ਸੀ ਕਿ ਹੁਣ ਦੇਸ਼ ਨੂੰ ਚਲਾਏਗਾ ਕੌਣ, ਕਿਉਂਕਿ ਬ੍ਰਿਟਿਸ਼ ਦਾ ਅੰਤ ਹੋ ਚੁੱਕਿਆ ਸੀ, ਬ੍ਰਿਟਿਸ਼ ਇੱਥੋਂ ਜਾ ਚੁੱਕੇ ਸੀ। ਬ੍ਰਿਟਿਸ਼ ਕਿਹਨੂੰ ਕਹਿੰਦੇ ਨੇ? ਅੰਗਰੇਜ਼ਾਂ ਨੂੰ, UK ਦੇ ਲੋਕਾਂ ਨੂੰ, ਠੀਕ ਹੈ। ਯੂਨਾਈਟਿਡ ਕਿੰਗਡਮ ਦੇ ਲੋਕਾਂ ਨੂੰ ਕੀ ਕਹਿੰਦੇ ਨੇਗੇ? ਬ੍ਰਿਟਿਸ਼ ਕਹਿੰਦੇ ਨੇਗੇ। ਉਹ ਕਾਲੇ ਵੀ ਹੋ ਸਕਦੇ ਨੇ, ਗੋਰੇ ਵੀ ਹੋ ਸਕਦੇ ਨੇ, ਬਟ ਹੋਣ ਕੌਣ? ਬ੍ਰਿਟਿਸ਼, ਯਾਨੀ ਕਿ ਇੰਗਲੈਂਡ ਦੇ ਰਹਿਣ ਵਾਲੇ ਹੋਣ। ਇੰਗਲੈਂਡ ਦੇ ਰਹਿਣ ਵਾਲੇ ਲੋਕਾਂ ਨੂੰ ਬ੍ਰਿਟਿਸ਼ ਕਹਿੰਦੇ ਨੇਗੇ। ਦ ਇਮੀਡੀਏਟ ਟਾਸਕ ਬਿਫੋਰ ਆਰ ਲੀਡਰਸ ਵਾਜ਼ ਟੂ ਫਾਰਮ ਆ ਗਵਰਨਮੈਂਟ। ਹੁਣ ਦੇਸ਼ ਨੂੰ ਚਲਾਏਗਾ ਕੌਣ? ਸਾਡੇ ਦੇਸ਼ ਦੇ ਜਿਹੜੇ ਨੇਤਾ ਸੀ, ਤੁਸੀਂ ਪਿਕਚਰ ਦੇ ਵਿੱਚ ਦੇਖ ਸਕਦੇ ਹੋ। ਇਹਨੇ ਜਵਾਹਰ ਲਾਲ ਨਹਿਰੂ, ਠੀਕ ਹੈ। ਇੱਧਰ ਸਰਦਾਰ ਵੱਲਭ ਭਾਈ ਪਟੇਲ ਬੈਠੇ ਹੋਏ ਨੇਗੇ। ਫॉर ਦਿਸ ਪਰਪਜ਼ ਅ ਕੌਨਸਟੀਟਿਊਸ਼ਨ ਅਸੈਂਬਲੀ ਵਾਜ਼ ਸੈਟ ਅਪ ਇਨ 1946 ਦੇ ਵਿੱਚ ਇੱਕ ਅਸੈਂਬਲੀ ਦਾ ਗਠਨ ਕੀਤਾ ਜਾਂਦਾ ਹੈ, ਇੱਕ ਅਸੈਂਬਲੀ ਬੁਲਾਈ ਜਾਂਦੀ ਹੈ। ਯੂ ਕੈਨ ਸੀ ਇਨ ਦ ਪਿਕਚਰ ਦਿਸ ਇਜ਼ ਅ ਅਸੈਂਬਲੀ ਵੀ ਕਾਲ ਕੌਨਸਟੀਟਿਊਸ਼ਨ ਅਸੈਂਬਲੀ, ਠੀਕ ਹੈ। ਇੱਕ ਅਸੈਂਬਲੀ ਦਾ ਜਾਂ ਇੱਕ ਸਭਾ ਬੁਲਾਈ ਗਈ 1946 ਦੇ ਵਿੱਚ, 1946 ਦੇ ਵਿੱਚ, ਤਾਂ ਕਿ ਸਰਕਾਰ ਬਣਾਈ ਜਾ ਸਕੇ ਕਿ ਹੁਣ ਦੇਸ਼ ਨੂੰ ਚਲਾਏਗਾ ਕੌਣ। ਨੈਕਸਟ ਦੇਖੋ ਫਿਰ ਕੀ ਹੋਇਆ। ਇਸ ਅਸੈਂਬਲੀ ਦੇ ਵਿੱਚ ਇੱਕ ਸੈਟ ਆਫ ਗਾਈਡਲਾਈਨਸ ਐਂਡ ਰੂਲਸ ਵਰ ਪ੍ਰਪੇਅਰਡ ਬਾਈ ਦ ਕੌਨਸਟੀਟਿਊਸ਼ਨ ਅਸੈਂਬਲੀ। ਇਸ ਅਸੈਂਬਲੀ ਨੇ ਇੱਕ ਸੰਵਿਧਾਨ ਲਿਖਿਆ, ਯੂ ਕੈਨ ਸੀ ਇਨ ਦ ਪਿਕਚਰ, ਠੀਕ ਹੈ। ਇੱਕ ਬੁੱਕ ਲਿਖੀ ਜਿਹਦੇ ਵਿੱਚ ਇੰਡੀਆ ਦਾ ਮਤਲਬ ਸਾਡੇ ਹਿੰਦੁਸਤਾਨ ਦਾ ਨਾਮ ਕੀ ਹੋਏਗਾ, ਠੀਕ ਹੈ। ਹਿੰਦੁਸਤਾਨ ਦੇ ਵਿੱਚ ਸਰਕਾਰ ਦੀਆਂ ਪਾਵਰਸ ਕੀ ਹੋਣਗੀਆਂ, ਗਵਰਨਮੈਂਟ ਦੀਆਂ ਪਾਵਰਸ ਕੀ ਹੋਣਗੀਆਂ, ਠੀਕ ਹੈ। ਹਿੰਦੁਸਤਾਨ ਦੇ ਵਿੱਚ ਕਿੰਨੀਆਂ ਸਟੇਟਸ ਹੋਣਗੀਆਂ, ਇਸ ਦਾ ਕੀ ਹੈ ਇੱਕ ਕਿਤਾਬ ਲਿਖੀ ਗਈ, ਠੀਕ ਹੈ। ਇੱਕ ਕਿਤਾਬ ਲਿਖੀ ਗਈ, ਅ ਸੈਟ ਆਫ ਗਾਈਡਲਾਈਨਸ ਐਂਡ ਰੂਲਸ। ਇੱਕ ਰੂਲਸ ਲਿਖੇ ਗਏ ਕਿ ਜੋ ਵੀ ਇੱਥੋਂ ਦੇ ਸਿਟੀਜ਼ਨਸ ਹੋਣਗੇ, ਨਾਗਰਿਕ ਹੋਣਗੇ, ਉਹਨਾਂ ਦੇ ਕੀ ਰਾਈਟਸ ਹੋਣਗੇ, ਉਹਨਾਂ ਦੀਆਂ ਕੀ ਡਿਊਟੀਜ਼ ਹੋਣਗੀਆਂ। ਦਿਸ ਵਾਜ਼ ਕਾਲਡ ਕੰਸਟੀਟਿਊਸ਼ਨ। ਇਸ ਨੂੰ ਕੀ ਕਿਹਾ ਗਿਆ? ਕੰਸਟੀਟਿਊਸ਼ਨ। ਦਿਸ ਕੰਸਟੀਟਿਊਸ਼ਨ ਵਾਜ਼ ਅਡੋਪਟਡ ਔਨ 26 ਜਨਵਰੀ 1950। Thus, to mark this occasion, we celebrate 26 ਜਨਵਰੀ ਐਜ਼ ਦਾ ਰਿਪਬਲਿਕ ਡੇ ਐਵਰੀ ਈਅਰ। ਜੋ ਸਾਡਾ ਕੌਨਸਟੀਟਿਊਸ਼ਨ ਸੀ ਉਹ 26 ਜਨਵਰੀ ਨੂੰ ਜੋ ਹੈ ਅਡੋਪਟ ਕੀਤਾ ਗਿਆ ਸੀਗਾ। ਉਸੇ ਦਿਨ ਦੇ ਯਾਦ ਦੇ ਵਿੱਚ ਅਸੀਂ 26 ਜਨਵਰੀ ਨੂੰ ਰਿਪਬਲਿਕ ਡੇ ਸੈਲੀਬ੍ਰੇਟ ਕਰਦੇ ਹਾਂ। ਯੂ ਕੈਨ ਸੀ ਇਨ ਦਾ ਪਿਕਚਰ, ਠੀਕ ਹੈ। ਕੌਨਸਟੀਟਿਊਸ਼ਨ ਇੱਕ ਤਰ੍ਹਾਂ ਦੀ ਬੁੱਕ ਹੈ, ਠੀਕ ਹੈ, ਜਿਹਦੇ ਵਿੱਚ ਕੀ ਲਿਖਿਆ ਹੋਇਆ ਹੈ ਵੀ ਇੰਡੀਆ ਉਹ ਯੂਨੀਅਨ ਆਫ ਸਟੇਟਸ ਹੋਏਗਾ
ਕੀ ਪਾਵਰਸ ਹੋਣਗੀਆਂ, ਗਵਰਨਮੈਂਟ ਦੀਆਂ ਕੀ ਪਾਵਰਸ ਹੋਣਗੀਆਂ, ਸਟੇਟ ਗਵਰਨਮੈਂਟਸ ਦੀਆਂ ਕੀ ਪਾਵਰ ਹੋਣਗੀਆਂ, ਸੈਂਟਰ ਗਵਰਨਮੈਂਟ ਦੀਆਂ ਕੀ ਪਾਵਰ ਹੋਣਗੀਆਂ। ਠੀਕ ਹੈ, ਰਿਲੀਜਨ ਸਾਰੇ ਇੱਥੇ ਸੈਕੂਲਰਿਜ਼ਮ ਹੋਊਗਾ, ਜੋ ਕਿ ਆਪਾਂ ਅੱਗੇ ਪੜ੍ਹਾਂਗੇ। ਨੈਕਸਟ ਦੇਖੋ, ਦ ਇੰਡੀਅਨ ਕੌਨਸਟੀਟਿਊਸ਼ਨ ਇਜ਼ ਅ ਰਿਟਨ ਡਾਕੂਮੈਂਟ। ਇੱਕ ਰਿਟਨ ਡਾਕੂਮੈਂਟ ਹੈ। ਇਟ ਲੇਜ਼ ਡਾਊਨ ਦ ਪਾਵਰਸ ਆਫ ਦ ਗਵਰਨਮੈਂਟ। ਇਸ ਦੇ ਵਿੱਚ ਗਵਰਨਮੈਂਟ ਦੀਆਂ ਪਾਵਰਸ ਬਾਰੇ ਲਿਖਿਆ ਗਿਆ ਹੈਗਾ। ਦ ਪ੍ਰੀਐਂਬਲ ਇਜ਼ ਐਨ ਇੰਟਰੋਡਕਸ਼ਨ ਟੂ ਕੌਨਸਟੀਟਿਊਸ਼ਨ। ਮੰਨ ਲਓ ਇਹ ਕਿਤਾਬ ਹੈ, ਠੀਕ ਹੈ, ਇਹ ਕਿਤਾਬ ਜਿੱਥੋਂ ਸ਼ੁਰੂ ਹੁੰਦੀ ਹੈ, ਸ਼ੁਰੂਆਤ ਦੇ ਵਿੱਚ ਇਹ ਵਾਲਾ ਪੇਜ ਲੱਗਿਆ ਹੋਇਆ ਹੈਗਾ, ਇਹ ਵਾਲਾ ਪੇਜ ਲੱਗਿਆ ਹੋਇਆ ਹੈਗਾ, ਜਿਸ ਨੂੰ ਅਸੀਂ ਕੀ ਕਹਿੰਦੇ ਹਾਂ, ਪ੍ਰੈਂਬਲ ਕਹਿੰਦੇ ਹਾਂ, ਪ੍ਰੈਂਬਲ ਕਹਿੰਦੇ ਹੈਗੇ। ਨਾਲ ਹੀ ਹੋਰ ਗੱਲ ਦੱਸ ਦੇਣੀ ਚਾਹੁੰਦਾ ਕਿ ਜਿਹੜਾ ਸਾਡਾ ਕੌਨਸਟੀਟਿਊਸ਼ਨ ਹੈ, ਆਵਰ ਕੌਨਸਟੀਟਿਊਸ਼ਨ ਇਜ਼ ਦਾ ਲੌਂਗੈਸਟ ਰਿਟਨ ਕੌਨਸਟੀਟਿਊਸ਼ਨ ਇਨ ਦਾ ਵਰਲਡ। ਪੂਰੇ ਸੰਸਾਰ ਦੇ ਵਿੱਚ ਸਭ ਤੋਂ ਜ਼ਿਆਦਾ ਵੱਡਾ ਜਿਹੜਾ ਹੈਗਾ, ਸਭ ਤੋਂ ਵੱਡਾ ਲਿਖਿਆ ਗਿਆ ਸਾਡਾ ਕੌਨਸਟੀਟਿਊਸ਼ਨ ਹੈਗਾ। ਸਾਰੇ ਸੰਸਾਰ ਦੇ ਵਿੱਚ ਸਭ ਤੋਂ ਵੱਡੀ ਕਿਤਾਬ ਹੈ ਕਿਸੇ ਦੇਸ਼ ਦੇ ਕੌਨਸਟੀਟਿਊਸ਼ਨ ਦੀ। ਇਹਦੇ ਵਿੱਚ 1,17,369 ਵਰਡ ਨੇਗੇ। ਅੱਛਾ, ਹੁਣ ਪ੍ਰੈਂਬਲ ਦੇ ਵਿੱਚ ਕੀ ਲਿਖਿਆ ਹੋਇਆ ਹੈਗਾ, ਠੀਕ ਹੈ, ਵੀ ਇੰਡੀਆ ਜੋ ਇੱਕ ਯੂਨੀਅਨ ਆਫ ਸਟੇਟਸ ਹੋਏਗਾ, ਠੀਕ ਹੈ, ਰਾਜਾਂ ਦਾ ਸੰਘ ਹੈ, ਰਾਜਾਂ ਦਾ ਸੰਘ ਹੈ, ਯੂਨੀਅਨ ਆਫ ਸਟੇਟਸ ਹੋਏਗਾ। ਇਹਦੇ ਵਿੱਚ ਨਿਆਂ ਦਿੱਤਾ ਜਾਊਗਾ, ਮਤਲਬ ਇਨਸਾਫ ਮਿਲੂਗਾ, ਕਿਸੇ ਨਾਲ ਧੱਕਾ ਨਹੀਂ ਹੋਊਗਾ, ਸਾਰੇ ਬਰਾਬਰ ਹੋਣਗੇ ਲੋਕ ਭਾਈਚਾਰੇ ਨਾਲ। ਫਰੈਟਰਨਿਟੀ, ਠੀਕ ਹੈ, ਯੂ ਕੈਨ ਸੀ ਦਾ ਵਰਡ ਫਰੈਟਰਨਿਟੀ। ਸਾਰੇ ਭਾਈਚਾਰੇ ਦੇ ਨਾਲ ਰਹਿਣਗੇ, ਇੱਥੇ ਸਾਰੇ ਭਾਈਚਾਰੇ ਦੇ ਨਾਲ ਰਹਿਣਗੇ। ਇਹਦਾ ਮਤਲਬ ਹੁੰਦਾ ਹੈ ਭਾਈਚਾਰਾ, ਭਾਈਚਾਰਾ ਮਤਲਬ ਪਿਆਰ ਮੁਹੱਬਤ ਦੇ ਨਾਲ ਸਾਰਿਆਂ ਨੇ ਇੱਥੇ ਰਹਿਣਾ ਗਾ। ਨੈਕਸਟ ਦੇਖੋ, ਸਿਕਿਉਰ ਇਕੁਅਲ ਅਪੋਰਚੁਨਿਟੀ ਫॉर ਆਲ ਸਿਟੀਜ਼ਨਸ। ਠੀਕ ਹੈ, ਸਾਰੇ ਜਿਹੜੇ ਵੀ ਦੇਸ਼ ਵਾਸੀਆਂ ਦੇ ਲਈ ਹੋਣਗੇ ਇਕੁਅਲ ਮੌਕੇ ਹੋਣਗੇ ਸਾਰਿਆਂ ਨੂੰ ਅੱਗੇ ਵਧਣ ਦੇ। ਬੀ ਅ ਸੋਸ਼ਲਿਸਟ, ਸੈਕੂਲਰ ਐਂਡ ਡੈਮੋਕ੍ਰੈਟਿਕ ਰਿਪਬਲਿਕ। ਠੀਕ ਹੈ, ਸਮਾਜਵਾਦੀ, ਧਰਮ ਨਿਰਪੱਖ, ਲੋਕਤੰਤਰਿਕ ਦੇਸ਼ ਹੋਊਗਾ ਇੰਡੀਆ। ਇਹਨਾਂ ਤਿੰਨਾਂ ਸ਼ਬਦਾਂ ਦੇ ਬਾਰੇ ਆਪਾਂ ਅੱਗੇ ਪੜ੍ਹਦੇ ਹਾਂ। ਦ ਪ੍ਰੀਐਂਬਲ ਟੂ ਆਵਰ ਕੌਨਸਟੀਟਿਊਸ਼ਨ ਲੇਜ਼ ਐਮਫੈਸਿਸ ਔਨ 3 ਗੋਲਸ, ਨੇਮਲੀ, ਇਹ 3 ਹੈ ਬੇਟਾ, ਗਲਤ ਲਿਖਿਆ ਗਿਆ ਇੱਥੇ, ਔਨ 3 ਗੋਲਸ ਨੇਮ ਡੈਮੋਕ੍ਰੇਸੀ, ਸੋਸ਼ਲਿਜ਼ਮ ਐਂਡ ਸੈਕੂਲਰਿਜ਼ਮ। What is democracy? Democracy, the Constitution of India allows the people to elect their representative to form a government. ਡੈਮੋਕ੍ਰੇਸੀ ਦਾ ਮਤਲਬ ਇਹ ਹੁੰਦਾ ਹੈ ਕਿ ਇੰਡੀਆ ਦੇ ਜਿਹੜੇ ਲੋਕ ਨੇ ਉਹ ਵੋਟਾਂ ਦੇ ਦੁਆਰਾ ਆਪਣੇ ਰਿਪਰੈਜ਼ੈਂਟੇਟਿਵ ਨੂੰ ਚੁਣ ਸਕਦੇ ਨੇ, ਇਲੈਕਟ ਕਰ ਸਕਦੇ ਨੇ, ਆਪਣੇ ਨੇਤਾ ਨੂੰ ਚੁਣਨਗੇ। ਸਾਰਿਆਂ ਨੂੰ ਬਰਾਬਰ ਹੱਕ ਹੋਊਗਾ। ਉਹਦੇ ਵਿੱਚ ਸਭ ਤੋਂ ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਰਾਜੇ ਰਾਜ ਕਰਦੇ ਹੁੰਦੇ ਸੀਗੇ, ਕਿਸੇ ਦੀ ਮਰਜ਼ੀ ਨਹੀਂ ਸੀ ਪੁੱਛੀ ਜਾਂਦੀ। ਬਟ ਹੁਣ ਲੋਕਾਂ ਦੀ ਮਰਜ਼ੀ ਮੁਤਾਬਕ ਰਾਜਾ ਬਣੂਗਾ। ਠੀਕ ਹੈ, ਲੋਕ ਆਪਣਾ ਨੇਤਾ ਖੁਦ ਚੁਣਨਗੇ ਕਿ ਅਸੀਂ ਕਿਹਦਾ ਰਾਜ ਚਾਹੁੰਦੇ ਹੈਗੇ, ਕਿਹੋ ਜਿਹੀ ਵਿਚਾਰਧਾਰਾ ਦਾ ਰਾਜ ਚਾਹੁੰਦੇ ਹੈਗੇ। ਠੀਕ ਹੈ, ਡੈਮੋਕ੍ਰੇਸੀ ਨੇ ਸਾਨੂੰ ਇਹ ਦਿੱਤਾ। ਇਹ ਤੋਂ ਪਹਿਲਾਂ ਰਾਜਤੰਤਰ ਹੁੰਦਾ ਸੀ। ਠੀਕ ਹੈ, ਉਹ ਰਾਜਾ ਰਾਜ ਕਰਦਾ ਸੀਗਾ, ਰਾਜੇ ਨੇ ਜੋ ਗੱਲ ਕਹਿਤੀ ਉਹੀ ਕਾਨੂੰਨ ਹੋਣਾ ਸੀ। ਬਟ ਹੁਣ ਲੋਕ ਕਾਨੂੰਨ ਬਣਾਉਣਗੇ, ਲੋਕਾਂ ਦੀ ਵਿਚਾਰਾਂ ਮੁਤਾਬਕ ਕਾਨੂੰਨ ਬਣੇਗਾ। ਠੀਕ ਹੈ, ਇਹਨਾਂ ਡੈਮੋਕ੍ਰੇਸੀ ਪੀਪਲ ਹੈਵ ਟੂ ਪਾਵਰ ਚੂਜ਼ ਦੀਅਰ ਰਿਪਰੈਜ਼ੈਂਟੇਟਿਵ, ਜਿਵੇਂ ਆਪਣੇ ਰਿਪਰੈਜ਼ੈਂਟੇਟਿਵ। ਠੀਕ ਹੈ, ਕੌਣ ਹੋਣਗੇ ਆਉਣ ਵਾਲੇ, ਹੁਣ ਵੋਟਾਂ ਆਉਣ ਵਾਲੀਆਂ ਨੇਗੀਆਂ। ਠੀਕ ਹੈ, ਜਿਹਦੇ ਵਿੱਚ ਇਸ ਵਕਤ ਸਾਡੇ ਦੇਸ਼ ਦੇ ਰਿਪਰੈਜ਼ੈਂਟੇਟਿਵ ਕੌਣ ਨੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ। ਨੈਕਸਟ ਦੇਖੋ, ਸੋਸ਼ਲਿਜ਼ਮ। ਦ ਪੀਪਲ ਆਫ ਇੰਡੀਆ ਵਿਲ ਹੈਵ ਇਕੁਅਲ ਰਾਈਟਸ ਐਂਡ ਇਕੁਅਲ ਅਪੋਰਚੁਨਿਟੀਜ਼ ਟੂ ਪ੍ਰੋਗਰੈਸ। ਪੀਪਲ ਆਫ ਇੰਡੀਆ ਦੀਆਂ ਜਿਹੜੇ ਹੈਗੇ ਨੇ ਸਮਾਨ ਹੱਕ ਨੇ, ਬਰਾਬਰ ਹੱਕ ਨੇਗੇ, ਅਤੇ ਬਰਾਬਰੀ ਮੌਕੇ ਦਿੱਤੇ ਜਾਣੇ ਚਾਹੀਦੇ ਨੇਗੇ। ਮਤਲਬ ਕੀ ਹੈ, ਜੇ ਕੋਈ ਧੱਕਾ ਹੁੰਦਾ ਹੈਗਾ ਤਾਂ ਸਾਰੇ ਲੋਕ ਉਸ ਦੇ ਖਿਲਾਫ ਬੋਲ ਵੀ ਸਕਦੇ ਨੇਗੇ। ਠੀਕ ਹੈ, ਉਹਨਾਂ ਨੂੰ ਇਹ ਨਹੀਂ ਹੋਊਗਾ ਜੇ ਇੱਕ ਸਿੱਖ ਹੈ ਜਾਂ ਇੱਕ ਮੁਸਲਮਾਨ ਹੈ, ਉਹਨਾਂ ਦੇ ਵਿੱਚੋਂ ਸਿੱਖਾਂ ਨੂੰ ਵੱਧ ਮੌਕੇ ਮਿਲਣਗੇ। ਠੀਕ ਹੈ, ਨੌਕਰੀਆਂ ਵੱਧ ਦਿੱਤੀਆਂ ਜਾਣਗੀਆਂ, ਜਾਂ ਉਹਨਾਂ ਨੂੰ ਕਹਿ ਦਈਏ ਵੀ ਵੱਧ ਸਹੂਲਤਾਂ ਦਿੱਤੀਆਂ ਜਾਣਗੀਆਂ। ਸਾਰਿਆਂ ਨੂੰ ਬਰਾਬਰ ਹੱਕ ਹੈਗਾ। ਠੀਕ ਹੈ, ਇਕੁਅਲ ਰਾਈਟਸ ਨੇ, ਇਕੁਅਲ ਅਪੋਰਚੁਨਿਟੀਜ਼ ਨੇ ਟੂ ਪ੍ਰੋਗਰੈਸ ਦੇ। ਠੀਕ ਹੈ, ਜਾਤ ਪਾਤ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ ਇਹ ਨਹੀਂ ਹੋਊਗਾ ਕਿ ਕਿਸੇ ਨੂੰ ਮੌਕੇ ਵੱਧ ਮਿਲਣਗੇ, ਕਿਸੇ ਨੂੰ ਘੱਟ ਮਿਲਣਗੇ। ਨੈਕਸਟ ਦੇਖੋ, ਸੈਕੂਲਰਿਜ਼ਮ। ਨੋ ਡਿਸਕ੍ਰਿਮੀਨੇਸ਼ਨ ਵਿਲ ਬੀ ਮੇਡ ਆਫ ਬੇਸਿਸ ਆਫ ਰਿਲੀਜਨ ਔਰ ਕਾਸਟ। ਠੀਕ ਹੈ, ਯੂ ਕੈਨ ਸੀ ਇਨ ਦਾ ਪਿਕਚਰ ਸੈਕੂਲਰਿਜ਼ਮ। ਵਟ ਇਜ਼ ਸੈਕੂਲਰਿਜ਼ਮ? ਤੁਹਾਨੂੰ ਇਹ ਤਸਵੀਰ ਦੇ ਵਿੱਚ ਸਾਰਾ ਕੁਛ ਦਿਖ ਜਾਏਗਾ। ਦੇਖੋ ਕਿੰਨੇ ਧਰਮ ਨੇ, ਇਸਲਾਮ ਹੋ ਗਿਆ, ਸਿੱਖਇਜ਼ਮ ਹੋ ਗਿਆ, ਹਿੰਦੂਇਜ਼ਮ, ਜੈਨਿਜ਼ਮ, ਬੁੱਧਿਜ਼ਮ, ਇਸਲਾਮ, ਇਹ ਸਾਰੇ ਰਿਲੀਜਨਸ ਬੇਟਾ ਇਕੁਅਲ ਨੇਗੇ ਇੰਡੀਆ ਦੇ ਵਿੱਚ। ਠੀਕ ਹੈ, ਕਿਸੇ ਨੂੰ
ਜੇਕਰ ਮੁਸਲਮਾਨ ਟੋਪੀ ਪਹਿਨਦੇ ਨੇ, ਠੀਕ ਹੈ, ਜਾਂ ਸਿੱਖ ਪੱਗ ਪਹਿਨਦੇ ਨੇ, ਹਿੰਦੂ ਬੋਧੀ ਰੱਖਦੇ ਨੇ, ਤਾਂ ਇਹਨਾਂ ਕਰਕੇ ਕੋਈ ਭੇਦਭਾਵ ਨਹੀਂ ਕੀਤਾ ਜਾਊਗਾ, ਡਿਸਕ੍ਰਿਮੀਨੇਸ਼ਨ ਨਹੀਂ ਕੀਤਾ ਜਾਊਗਾ, ਠੀਕ ਹੈ। ਵੀ ਕੋਈ ਕਿਸੇ ਨੂੰ ਵੱਖ ਨਹੀਂ ਸਮਝਿਆ ਜਾਊਗਾ, ਕਿਸੇ ਨੂੰ ਉੱਚਾ ਨਹੀਂ ਸਮਝਿਆ ਜਾਊਗਾ, ਕਿਸੇ ਨੂੰ ਨੀਵਾਂ ਨਹੀਂ ਸਮਝਿਆ ਜਾਊਗਾ। ਇਹੀ ਹੁੰਦਾ ਗਾ ਸੈਕੂਲਰਿਜ਼ਮ। ਨੈਕਸਟ ਦੇਖੋ, ਸਾਡੇ ਕੁਝ ਰਾਈਟਸ ਨੇ ਜੋ ਸਾਨੂੰ ਪ੍ਰੈਂਬਲਸ ਦੇ ਵਿੱਚ ਜਾਂ ਕੌਨਸਟੀਟਿਊਸ਼ਨ ਦੇ ਵਿੱਚ ਦੱਸੇ ਗਏ ਨੇ ਕਿ ਇੰਡੀਅਨਸ ਦੇ ਕੁਛ ਰਾਈਟ ਹੋਣਗੇ ਜਿਨ੍ਹਾਂ ਨੂੰ ਉਹਨਾਂ ਨੂੰ ਸਰਕਾਰ ਨੇ ਦਿੱਤਾ ਹੈਗਾ, ਕਿ ਉਹਨਾਂ ਨੂੰ ਇੱਕ ਸਹੂਲਤ ਦਿੱਤੀ ਹੈ ਕਿ ਹਾਂ ਇਹ ਜੇ ਕੋਈ ਸਰਕਾਰ ਧੱਕਾ ਕਰਦੀ ਹੈ ਤਾਂ ਰਾਈਟਸ ਹੋਣਗੇ ਕਿ ਸਰਕਾਰ ਦੇ ਖਿਲਾਫ ਬੋਲਿਆ ਜਾ ਸਕੇ, ਠੀਕ ਹੈ। ਕੁਛ ਕੁ ਰਾਈਟਸ ਨੇ ਇਹ ਸਾਡੇ। ਸਭ ਤੋਂ ਪਹਿਲਾਂ ਹੈ ਰਾਈਟ ਟੂ ਇਕੁਐਲਿਟੀ, ਸਾਰੇ ਲੋਕ ਬਰਾਬਰ ਨੇ ਕਾਨੂੰਨ ਦੀ ਨਿਗਾਹ ਦੇ ਵਿੱਚ। ਰਾਈਟ ਟੂ ਫਰੀਡਮ, ਸਾਰੇ ਲੋਕ ਸੁਤੰਤਰ ਨੇ, ਸਾਰੇ ਲੋਕ ਸੁਤੰਤਰ ਨੇ। ਨੈਕਸਟ ਦੇਖੋ, ਰਾਈਟ ਅਗੇਂਸਟ ਐਕਸਪਲੋਟੇਸ਼ਨ, ਕੋਈ ਇਹ ਨਹੀਂ ਹੋਊਗਾ ਕਿ ਜੇਕਰ ਮਤਲਬ 18 ਸਾਲ ਤੋਂ ਛੋਟਾ ਲੜਕਾ ਹੈ ਉਸ ਨੂੰ ਸੀਰੀ ਜਾਂ ਪਾਲੀ ਰਲਾਊਗਾ, ਉਸਦਾ ਸ਼ੋਸ਼ਣ ਕਰੂਗਾ, ਠੀਕ ਹੈ। ਇਹ ਸਾਡੇ ਕੀ ਹੈ, ਰਾਈਟ ਅਗੇਂਸਟ ਐਕਸਪਲੋਟੇਸ਼ਨ ਹੈਗਾ। ਅਸੀਂ ਛੋਟੇ ਬੱਚਿਆਂ ਤੋਂ ਕੰਮ ਨਹੀਂ ਕਰਵਾ ਸਕਦੇ। ਉਸ ਤੋਂ ਬਾਅਦ ਹੈ ਰਾਈਟ ਟੂ ਫਰੀਡਮ ਆਫ ਰਿਲੀਜਨ, ਕੋਈ ਵੀ ਵਿਅਕਤੀ ਕਿਸੇ ਵੀ ਰਿਲੀਜਨ ਨੂੰ, ਠੀਕ ਹੈ, ਆਪਣੀ ਮਰਜ਼ੀ ਦੇ ਮੁਤਾਬਕ ਅਪਣਾ ਸਕਦਾ ਹੈ। ਉਹ ਹਿੰਦੂ ਵੀ ਬਣ ਸਕਦਾ ਹੈ, ਮੁਸਲਮਾਨ ਵੀ ਬਣ ਸਕਦਾ ਹੈ, ਸਿੱਖ ਵੀ ਬਣ ਸਕਦਾ ਗਾ, ਕੋਈ ਉਸ ਨੂੰ ਰੋਕੇਗਾ ਨਹੀਂ। ਨੈਕਸਟ ਹੈ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ, ਠੀਕ ਹੈ। ਕਲਚਰਲ ਐਂਡ ਐਜੂਕੇਸ਼ਨਲ ਰਾਈਟਸ ਦੇ ਵਿੱਚ ਇਹ ਹੁੰਦਾ ਗਾ ਕਿ ਤੁਹਾਨੂੰ ਜੋ ਹੈ ਤੁਹਾਡੀ ਪੜ੍ਹਾਈ ਲਾਜ਼ਮੀ ਕੀਤੀ ਗਈ ਹੈਗੀ। ਜੇਕਰ ਕੋਈ ਵੀ ਬੱਚੇ ਨੂੰ ਪੜ੍ਹਾਈ ਤੋਂ ਹਟਾਇਆ ਜਾਂਦਾ ਗਾ ਉਸਦੇ ਮਾਂ-ਬਾਪ ਦੁਆਰਾ ਜਾਂ ਸਮਾਜ ਦੁਆਰਾ ਕਿ ਨਹੀਂ ਇਹ ਤਾਂ ਪੜ੍ਹਨ ਦੇ ਕਾਬਿਲ ਨਹੀਂ ਹੈਗੇ, ਇਹ ਤਾਂ ਸਾਡੇ ਘਰਾਂ ਦੇ ਵਿੱਚ ਬਰਤਨ ਮਾਂਜਣ ਦੇ ਕਾਬਿਲ ਨੇਗੇ, ਤਾਂ ਉੱਥੇ ਸਾਨੂੰ ਕੋਰਟਸ ਦਿੱਤੀਆਂ ਨੇ, ਸੁਪਰੀਮ ਕੋਰਟਸ, ਹਾਈ ਕੋਰਟਸ ਦਿੱਤੀਆਂ ਨੇਗੀਆਂ, ਉੱਥੇ ਅਸੀਂ ਆਵਾਜ਼ ਬੁਲੰਦ ਕਰ ਸਕਦੇ ਹਾਂ। ਕਿਹਦੇ ਜ਼ਰੀਏ? ਸਾਡੇ ਕਲਚਰਲ ਐਂਡ ਐਜੂਕੇਸ਼ਨਲ ਰਾਈਟਸ ਦੇ ਜ਼ਰੀਏ। ਉਸ ਤੋਂ ਅੱਗੇ ਹੁੰਦਾ ਹੈਗਾ ਰਾਈਟ ਟੂ ਕੰਸਟੀਟਿਊਸ਼ਨਲ ਰੈਮੀਡੀਜ਼, ਸੰਵਿਧਾਨਕ ਉਪਚਾਰਾਂ ਦਾ ਅਧਿਕਾਰ। ਹੁਣ ਪਹਿਲਾਂ ਸਰਕਾਰਾਂ ਕੀ ਕਰਦੀਆਂ ਸੀ, ਜਿਵੇਂ ਜਾਂ ਆਪਣੀਆਂ ਪੰਚਾਇਤਾਂ ਕਰਦੀਆਂ ਸੀਗੀਆਂ, ਜੇਕਰ ਸਰਕਾਰ ਉੱਥੇ ਪੈਸਾ ਭੇਜਦੀ ਤਾਂ ਪਿੰਡ ਦੇ ਲੋਕ ਜਾਂ ਉਹ ਪੰਚਾਇਤਾਂ ਖਾ ਜਾਂਦੀਆਂ ਸੀਗੀਆਂ, ਠੀਕ ਹੈ। ਬਟ ਹੁਣ ਅਸੀਂ ਪਹਿਲਾਂ ਕੋਈ ਇਨਫੋਰਮੇਸ਼ਨ ਨਹੀਂ ਸੀ ਲੈ ਸਕਦਾ, ਹੁਣ ਅਸੀਂ ਪੰਚਾਇਤ ਤੋਂ, ਸਾਡੀ ਸਰਕਾਰ ਤੋਂ ਉਸ ਪਾਈ ਦਾ ਹਿਸਾਬ ਮੰਗ ਸਕਦੇ ਹਾਂ, ਠੀਕ ਹੈ। ਸਾਨੂੰ ਇਨਫੋਰਮੇਸ਼ਨ ਦਾ ਰਾਈਟ ਦਿੱਤਾ ਕਿਹਨਾਂ ਨੇ? ਸਾਡੇ ਕੌਨਸਟੀਟਿਊਸ਼ਨ ਨੇ। ਕਿਹਨੇ ਦਿੱਤਾ? ਸਾਡੇ ਕੌਨਸਟੀਟਿਊਸ਼ਨ ਨੇ ਸਾਨੂੰ ਇਨਫੋਰਮੇਸ਼ਨ ਦਾ ਰਾਈਟ ਦਿੱਤਾ ਕਿ ਹਾਂ ਕਿੰਨਾ ਖਰਚਾ, ਕਿਹੜੇ ਮਤਲਬ ਕਿੱਥੇ ਵੀ ਤੁਸੀਂ ਕਿੰਨਾ ਪੈਸਾ ਲਗਾਇਆ ਗਾ, ਇਸ ਦਾ ਸਾਨੂੰ ਹਿਸਾਬ ਕਿਤਾਬ ਦੇ ਸਕਦੇ ਹੋਗੇ। ਇਸ ਨੂੰ ਕਹਿੰਦੇ ਨੇ ਰਾਈਟ ਟੂ ਕੌਨਸਟੀਟਿਊਸ਼ਨ ਰੈਮੀਡੀਜ਼।